ਨਿਰਮਲ ਨਿੰਮਾ ਲੰਗਾ ਦਾ ਨਾਵਲ ਹੈ ਹਿੰਦ ਪਾਕ ਬਾਰਡਰਨਾਮਾ। ਅੰਗ ਤੀਸਰਾ। ਸ਼ਿੰਦੇ ਨੂੰ ਅਫੀਮ ਤੇ ਕੰਬੇ ਨੂੰ ਕੱਪੜਾ ਮਿਲ ਗਿਆ। ਚੌਥੀ ਰਾਤੇ ਸ਼ਾਮੀ ਰੋਟੀ ਖਾਂਦਿਆਂ ਮਿੰਦੀ ਨੇ ਬਾਪੂ ਮੰਨੇ, ਗਫੂਰ ਤੇ ਬਾਕੀ ਪਰਿਵਾਰ ਨੂੰ ਮੇਰੀ ਸੌਂਪਣਾ ਕਰਦਿਆਂ ਸਪਸ਼ਟ ਕਿਹਾ, ਇਹ ਮੇਰੇ ਮਾਮੇ ਸੇਵੇ ਦਾ ਮੁੰਡਾ ਹੈ। ਸਕਾ ਭਾਵੇਂ ਨਹੀਂ, ਪਰ ਵੱਡੀ ਠਾਰ ਏ ਸਾਡੀ। ਗਫੂਰ ਜਾਣਦਾ ਏ ਇੱਧਰ ਕੰਜਰਾਂ ਕਲਾਕਾਰਾਂ ਲੇਖਕਾਂ ਨੂੰ ਮਿਲਣਾ ਚਾਹੁੰਦਾ ਹੈ। ਦਿਮਾਗ ਖਰਾਬ, ਬਲੈਕ ਸ਼ਲੈਕ ਕਰੇ, ਵੱਡਾ ਮਾਰਕਾ ਮਾਰੇ, ਆਖੇ ਪਾਕਿਸਤਾਨ ਦੇ ਲੋਕ ਵੇਖਣੇ ਆ। ਫੜਿਆ ਗਿਆ ਤਾਂ ਕੁੱਟ-ਕੁੱਟ ਲਿੱਦ ਕੱਢ ਦੇਣਗੇ ਬਗਾਨੇ ਪੁੱਤ। ਖੈਰ ਇਹਨੂੰ ਆਂਚ ਨਾ ਆਵੇ। ਸੁਣਦੀਆਂ ਬੇਬੇ? ਮਿੰਦੀ ਗੜਕ ਕੇ ਬੋਲਿਆ। ਸਾਰੇ ਪਰਿਵਾਰ ਨੇ ਮੇਰੀ ਹਿਫਾਜ਼ਤ ਲਈ ਹਾਮੀ ਭਰੀ। ਨਜ਼ੀਰ ਬਾਰ-ਬਾਰ ਹੁੱਕਾ ਤਾਜ਼ਾ ਕਰਦਾ, ਨਵੀਂ ਚਿਲਮ ਭਰਦਾ ਤੇ ਲੰਮੇ ਦਮ ਖਿੱਚਦਾ। ਬੜਾ ਬੇਚੈਨ ਤੇ ਪਰੇਸ਼ਾਨ ਜਿਹਾ, ਬਾਰ-ਬਾਰ ਚਾਦਰ ਦੀ ਲੜ ਨਾਲ ਹੰਝੂ ਪੂੰਝਦਾ। ਵਿਹੜੇ 'ਚ ਜਗਦੀ ਲਾਲਟੈਨ ਦੁਆਲੇ ਭੰਵਰੇ ਤੇ ਪਤੰਗੇ ਬੇਹਿਸਾਬ ਤੇ ਬੇਸ਼ੁਮਾਰ। ਅਣਗਿਣਤ। ਬਾਪੂ ਦਰਬਾਰ ਜਾਣ ਲੱਗਾ ਸਾਰਿਆਂ ਨੂੰ ਮਿਲਿਆ, ਗਮਗੀਨ ਹੋ ਗਿਆ। ਮਿੰਦੀ ਨੂੰ ਜੱਫੀ ਪਾਈ, ਪਿੰਡੇ ਤੇ ਹੱਥ ਫੇਰਿਆ, ਹੱਲਾਸ਼ੇਰੀ ਦਿੱਤੀ, ਆਪਣੇ ਯਾਰਾਂ ਬੇਲੀਆਂ ਨੂੰ ਸਲਾਮ ਭੇਜੀ, ਰੋਂਦਿਆਂ ਤੇ ਆਹਾਂ ਭਰਦਿਆਂ, ਤੇ ਹੰਝੂ ਪੂੰਝਦਾ ਬਾਬਾ ਦਰਬਾਰ ਨੂੰ ਚਲਾ ਗਿਆ। ਤੁਰਨ ਤੋਂ ਪਹਿਲਾਂ ਬੇਬੇ ਨੇ ਮਿੰਦੀ ਅੱਗੇ ਇੱਕ ਗੰਢ ਲਿਆ ਰੱਖੀ। ਸਾਰੇ ਪਰਿਵਾਰ ਦੇ ਕੱਪੜੇ, ਬਦਾਮ, ਇਲਾਇਚੀਆਂ ਤੇ ਲੌਂਗ, ਸੇਰ ਸਾਰੀ ਅਫੀਮ ਪੂਰੇ ਨੇ ਵੱਖ ਦਿੱਤੀ। ਵੇਖ ਕੇ ਬੇਬੇ ਤੜਪ ਉੱਠੀ। ਨਾ ਖਾਇਆ ਕਰ ਸੁਪੁੱਤਰ, ਹੁਣ ਤੂੰ ਕਬੀਲਦਾਰ ਏ। ਮਾਂ ਨੇ ਪੁੱਤ ਨੂੰ ਸਿਆਣੀ ਮੱਤ ਦਿੱਤੀ। ਮਿੰਦੀ ਚੁੱਪ-ਚਾਪ ਸੁਣਦਾ ਰਿਹਾ। ਬੇਬੇ ਉਹਨੂੰ ਛੇਤੀ ਆਉਣ ਦੀਆਂ ਪੱਕੀਆਂ ਕਰਦੀ ਰਹੀ, ਬਚ ਬਚਾ ਕੇ ਲੰਘਣ ਦੀ ਚੇਤਾਵਨੀ ਦਿੱਤੀ। ਅੱਲਾਹ ਤਾਲਾ ਅੱਗੇ ਖੈਰ ਸੁੱਖ ਦੀਆਂ ਦੁਆਵਾਂ ਮੰਗੀਆਂ, ਜਿਵੇਂ ਉਹ ਫਰੰਟ 'ਤੇ ਚੱਲਿਆ ਹੋਵੇ ਜਿਹਦੇ ਮੁੜ ਪਰਤਣ ਦਾ ਭਰੋਸਾ ਨਾ ਹੋਵੇ। ਸਮਾਂ ਬੜਾ ਗਮਗੀਨ ਹੋ ਗਿਆ। ਹਰ ਕੋਈ ਨੀਵੀਂ ਪਾਈ ਬੈਠਾ, ਜਿਵੇਂ ਗੂੰਗੇ ਹੋਣ। ਕੋਈ ਹਰਕਤ ਨਾ ਹਿਲਜੁਲ, ਸਾਹ ਤੱਕ ਦੀ ਆਵਾਜ਼ ਨਾ ਆਵੇ। ਸਾਂ ਕਰਦੀ ਚੁੱਪ। ਕਦੇ ਵਿੱਚ ਵਿਚਾਲੇ ਬੇਬੇ ਦੀ ਮਰੀ ਜਿਹੀ ਆਵਾਜ਼ ਉੱਭਰਦੀ, ਬੜੀ ਸੁੰਨ ਤੇ ਸੱਲ ਦਾ ਭਿੱਜੀ, ਅੱਥਰੂਆਂ 'ਚ ਡੁੱਬੀ, ਟੁਣਕਾਰ ਤੋਂ ਖਾਲੀ, ਜਿਵੇਂ ਕਾਲੀ ਬੋਲੀ ਰਾਤ 'ਚ ਕੋਈ ਹੂੰਕਰ ਮਾਰ ਕੇ ਸੌਂ ਜਾਵੇ, ਉੱਲੂ ਬੋਲ ਕੇ ਹਟ ਜਾਏ, ਪੈਣ ਵਾਲੇ ਵਿਛੋੜੇ ਦੇ ਦਰਦ ਨੂੰ ਮਹਿਸੂਸ ਕਰਕੇ ਜਿਵੇਂ ਸੁੰਨ ਹੋ ਗਏ ਹੋਣ। ਦਿਲੋਂ ਝੂਰਦੇ, ਹੇਰਵਾ ਕਰਦੇ, ਤੂਫਾਨ ਆਉਣ ਤੋਂ ਪਹਿਲੀ ਵਰਗੀ ਚੁੱਪ ਖਾਮੋਸ਼ੀ। ਨਜ਼ੀਰ ਹੁੱਕਾ ਲੈ ਕੇ ਮੰਜੇ 'ਤੇ ਬੈਠੇ ਮਿੰਦੀ ਕੋਲ ਭੁੰਜੇ ਪੈਰਾਂ ਭਾਰ ਬਹਿ ਗਿਆ। ਕੁਝ ਸੋਚਦਾ, ਹੌਕੇ ਭਰਦਾ, ਲੰਮਾ ਸੂਟਾ ਮਾਰ ਕੇ ਬੜੇ ਉਦਰੇਵੇਂ ਤੇ ਦਰਦ ਨਾਲ ਕਹਿਣ ਲੱਗਾ, ਭਾ ਮਿੰਦੀ, ਮਰ ਤੇ ਅਖੀਰ ਸਾਰਿਆਂ ਜਾਣਾ ਹੈ। ਮਰੇ ਤੇ ਮੁੱਕਰ ਗਏ ਦੀ ਕਾਹਦੀ ਯਾਰੀ। ਜਿੰਨਾ ਚਿਰ ਸਾਹ ਨੇ, ਕਦੇ ਆ ਕੇ ਮਿਲ ਜਾਇਆ ਕਰ। ਕਸਮੇ ਖੁਦਾ, ਕਈ ਵਾਰੀ ਬੜੀ ਯਾਦ ਆਉਂਦੀ, ਅੱਲਾ ਦੀ ਕਸਮ। ਉਹ ਗੱਲ ਪੂਰੀ ਨਾ ਕਰ ਸਕਿਆ। ਹੰਝੂ ਗੱਲਾਂ 'ਤੇ ਚਮਕਣ ਲੱਗੇ। ਮਿੰਦੀ ਨੇ ਉਦਾਸ ਜਿਹਾ ਖੰਘੂਰਾ ਮਾਰਿਆ, ਮਸੀਂ ਬੋਲਿਆ, ਯਾਰੀ ਹੁਣ ਨਜ਼ੀਰਿਆ ਕਾਹਦੀ ਰਹਿ ਗਈ। ਸਰਕਾਰਾਂ ਨੇ ਝੰਜਟ ਪਾਈ ਹੋਇਆ, ਨਾਲੇ ਸਰੀਰ 'ਚੋਂ ਸੱਤਿਆ ਨਹੀਂ ਰਹੀ। ਮਿੰਦੀ ਦੇ ਲਾਵੇ ਵਰਗੇ ਗਰਮ ਹੌਕੇ ਨੇ ਉਦਾਸੀ ਹੋਰ ਗਹਿਰੀ ਕਰਤੀ। ਨਸ਼ਾ ਘੱਟ ਕਰ। ਹਾਂ, ਖਿਆਲ ਆਇਆ, ਈਦ 'ਤੇ ਬਾਵੇ ਹੱਥ ਪਾ ਪੱਕੀ ਫੀਮ ਭੇਜੀ ਸੀ, ਮਿਲ ਗਈ? ਨਜ਼ੀਰ ਨੇ ਸਹਿਜ ਭਾਅ ਪੁੱਛ ਲਿਆ। ਪਾ ਪੱਕੀ? ਮਿੰਦੀ ਹੈਰਾਨ ਹੋਇਆ, ਤਰਬਕਿਆ। ਸੁੱਕੇ ਤਰੇੜੇ ਬੁੱਲ ਫਰ ਕੇ। ਉਹ ਤਾਂ 2 ਤੋਲੇ ਨਹੀਂ ਹੋਣੀ। ਭੈਣ ਦਾ ਯਾਰ ਬੇਈਮਾਨ ਲੋਭੀ। ਮਿੰਦੀ ਗਰਮ ਹੋਇਆ। ਚੱਲ ਛੱਡ ਭਾ, ਜ਼ਿੰਦਗੀ ਚਾਹੀਦੀ ਹੈ, ਫੀਮ ਬਥੇਰੀ। ਝੂਰਿਆ ਨਾ ਕਰ, ਗਿਆ ਸੋ ਗਿਆ, ਬੱਚੇ ਨੂੰ ਸਾਂਭ। ਕਸਮੇ ਕੁਰਾਨ, ਜਿੰਨਾ ਚਿਰ ਜਿਉਂਦਿਆਂ ਤੈਨੂੰ ਮੋਢਾ ਦਿੰਦੇ ਰਹਾਂਗੇ, ਹਿੰਮਤ ਨਾ ਹਾਰੀ ਤੂੰ। ਮਿੰਦੀ ਦਾ ਦਰਦ ਵੰਡਾਉਣ ਲਈ ਉਹ ਮਰਦਾ ਜਾ ਰਿਹਾ ਸੀ। ਦਿਲ ਦੀ ਪੀੜ ਚਿਹਰੇ 'ਤੇ ਚਿਪਕੀ ਹੋਈ। ਇਸ ਵਿੱਚ ਤੋੜ ਕੇ ਸੁੱਟ ਦੇਣ ਦੀ ਝਲਕ ਨਹੀਂ ਸੀ, ਨਾਲ ਜੋੜ ਲੈਣ ਦੀ ਖਾਸ਼ ਸੀ। ਯਾਰ ਦੇ ਕੰਮ ਆਉਣ ਦੀ ਰੀਝ, ਵੱਖ ਹੋਣ ਦੇ ਹੇਰਵੇ ਦਾ ਸੰਤਾਪ ਸੀ, ਕਿਸੇ ਗੁੱਝੇ ਦਰਦ ਦੀ ਪੀੜ ਵੀ। ਲੰਮਾ ਸਮਾਂ ਚੁੱਪ, ਹੌਕੇ ਤੇ ਹੰਝੂਆਂ ਦੀ ਮਿਸ, ਜਿਵੇਂ ਉਹਨਾਂ ਦਾ ਕੋਈ ਆਪਣਾ ਕਿਸੇ ਬੇਗਾਨੇ ਦੇਸ਼ ਚੱਲਿਆ ਹੋਵੇ, ਜਿੱਥੋਂ ਪਰਤ ਸਕਣਾ ਅਸੰਭਵ ਹੋਵੇ, ਫਾਂਸੀ ਲੱਗਣ ਤੋਂ ਪਹਿਲਾਂ ਦੀ ਮੁਲਾਕਾਤ ਵਾਂਗ। ਮੇਰੇ ਨਾਲ ਸ਼ਿੰਦੇ ਨੇ ਵਾਪਸ ਪਰਤਣ ਦੀ ਤਰੀਕ ਤੇ ਸਮਾਂ ਮਿੱਥ ਲਿਆ। ਪੂਰਾ ਉੱਠਿਆ। ਮਿੰਦੀ ਨੇ ਵੀ ਜੁੱਤੀ ਪਾ ਲਈ। ਤੁਰਨ ਸਮੇਂ ਬੇਬੇ ਬੜਾ ਰੋਈ। ਦੋਵੇਂ ਨੂੰਹਾਂ ਉਦਾਸ ਖੜੀਆਂ, ਚੌਂਕੇ ਦੀ ਕੰਧ ਨਾਲ ਲੱਗੀਆਂ। ਬੱਚੇ ਵੀ ਚੁੱਪ, ਸਹਿਮੇ ਜਿਹੇ, ਵੱਡਿਆਂ ਦੇ ਮੂੰਹਾਂ ਝਾਕਦੇ, ਜਿਵੇਂ ਵਕਤ ਦੀ ਨਾਜ਼ੁਕਤਾ ਨੂੰ ਉਹ ਵੀ ਮਹਿਸੂਸ ਕਰਦੇ ਹੋਣ। ਬੱਝਾ ਸਮਾਂ ਠਹਿਰਿਆ ਤੇ ਅਹਿਲ, ਹਰ ਚੀਜ਼ ਜਾਮ ਤੇ ਮਲਤ ਜਿਹੀ। ਨਜ਼ੀਰ ਤੇ ਸਲੀਮ ਨੂੰ ਪੂਰੇ ਨੇ ਮਿੰਦੀ ਨਾਲੋਂ ਮਸੀਂ ਵੱਖ ਕੀਤਾ। ਰੋਂਦੇ ਹੋਏ ਪਰਾਂ ਕੰਧ ਨਾਲ ਜਾ ਲੱਗੇ, ਵਿਲਕਦੇ, ਹਟਕੋਰੇ ਭਰਦੇ, ਕੰਧਾਂ ਨਾਲ ਟੱਕਰਾਂ ਮਾਰਦੇ। ਅਜਿਹਾ ਸਮਾਂ ਜਦੋਂ ਵੱਡੇ ਤੋਂ ਵੱਡੇ ਦਿਲ ਵਾਲਾ ਬੰਦਾ ਵੀ ਡੋਲ ਜਾਂਦਾ ਹੈ, ਉਖੜ ਜਾਂਦਾ ਹੈ,
ਥਿੜਕ ਜਾਂਦਾ ਹੈ। ਪਿਆਰ ਮੁਹੱਬਤ ਦਾ ਨੂਰ ਡੁੱਲ ਡੁੱਲ ਪਵੇ, ਹੋਰ 2 ਪਲ ਇਕੱਠਿਆਂ ਮਾਣ ਲੈਣੇ ਚਾਹੁਣ। ਦਹਾਕਿਆਂ ਪਿੱਛੋਂ ਮਿਲੇ ਵਕਤ ਦੇ 2 ਪਲ, ਜਿਹਦੇ ਮਿਲ ਪੈਣ ਦੀ ਫਿਰ ਕਦੇ ਆਸ ਨਾ ਹੋਵੇ। ਜ਼ਿੰਦਗੀ 'ਚ ਮੈਂ ਕਿੰਨਾ ਅਜੀਬ ਤੇ ਵਾਸਤਵਿਕ ਰਿਸ਼ਤਾ ਨਿਭਦਾ ਵੇਖਿਆ, ਜਿਹਦੇ ਅਹਿਸਾਸ ਦੀ ਖੁਸ਼ਬੂ ਹੱਦਾਂ ਸਰਹੱਦਾਂ ਤੋਂ ਪਾਰ ਤੱਕ ਫੈਲੀ ਹੋਵੇ। ਸਿਰ ਨੂੰ ਜਲੂਣ ਕਰਦੀ, ਮਿੱਠੀ ਮਿੱਠੀ ਤੇ ਗਾੜੀ, ਉਮਰਾਂ ਤੱਕ ਸਾਥ ਦੇਣ ਵਾਲੀ ਨਾਵਲਾਂ ਕਹਾਣੀਆਂ 'ਚ ਪੜ੍ਹਿਆ ਸੀ। ਦੇਸ਼ ਵੰਡ ਦੇ ਦਰਦ ਨੂੰ ਸੁਣਿਆ ਹੋਇਆ ਸੀ ਗੀਤਾਂ ਕਵਿਤਾਵਾਂ 'ਚ। ਉਹੀ ਸਾਕਾਰ ਰੂਪ ਮੇਰੇ ਸਾਹਮਣੇ, ਸਾਂਝੀ ਬੋਲੀ ਤੇ ਸੱਭਿਆਚਾਰ ਦੇ 2 ਟੋਟੇ ਹੋਣ ਦੀ ਭਾਵੁਕ ਪੀੜ। ਇਹ ਪੀੜ ਉਹਨਾਂ ਦੇ ਹੰਝੂਆਂ 'ਚ ਵੇਖੀ। ਜਾਤ ਪਾਤ ਤੇ ਧਰਮਾਂ ਤੋਂ ਉੱਚੀ ਤੇ ਸੁੱਚੀ ਇਨਸਾਨੀਅਤ ਦਾ ਰਿਸ਼ਤਾ ਤੇ ਉਸ ਰਿਸ਼ਤੇ ਦੀ ਚੀਰ ਫਾੜ। ਕੀ ਹਸ਼ਰ ਹੋਏਗਾ। ਦਰਦਾਂ ਨਾਲ ਫੱਟੜ ਰੂਹ ਪੀੜੀ ਨਾ ਜਾਏਗੀ ਜੁਦਾਈ ਦੇ ਵੇਲਣੇ 'ਚੋਂ ਦੀ। ਮੈਂ ਕਿੱਡਾ ਖੁਸ਼ਕਿਸਮਤ ਸਾਂ, ਅਜਿਹਾ ਰਿਸ਼ਤਾ ਜੁੜਦਾ ਟੁੱਟਦਾ ਵੇਖ ਰਿਹਾ ਸਾਂ, ਜਿੱਥੇ ਦੁਨੀਆ ਦੀ ਬਾਦਸ਼ਾਹੀ ਖਤਮ ਹੋ ਜਾਂਦੀ ਹੈ, ਦੁਨਿਆਵੀ ਪਦਾਰਥਾਂ ਦੀ ਕੋਈ ਕੀਮਤ ਤੇ ਮਹੱਤਤਾ ਹੀ ਨਹੀਂ ਰਹਿ ਜਾਂਦੀ। ਦਿਲ ਦੀ ਅਮੀਰੀ ਤਾਂ ਰਿਸ਼ਤਿਆਂ ਦੇ ਨਿੱਘ 'ਚ ਹੁੰਦੀ ਹੈ। ਪੈਸੇ ਦਾ ਕੀ ਹੈ, ਆਉਣ ਜਾਣ ਵਾਲੀ ਸ਼ੈ। ਭਰਾ ਤਾਂ ਸਦਾ ਨਾਲ ਨਿਭਦੇ ਨੇ, ਨਾਲ ਤੁਰਿਆਂ ਜਾਂਦਿਆਂ ਦਾ ਮਾਣ, ਜੱਗ ਦੀ ਸੋਭਾ। ਕੋਲ ਹੁੰਦੇ ਤਾਂ ਭਰੋਸਾ, ਆਪਣੀ ਇੱਜ਼ਤ, ਆਪਣਾ ਖੂਨ। ਤੇ ਸਾਰੇ ਗਫੂਰ ਦੇ ਪਿੱਛੇ ਵੱਡੇ ਫਾਟਕ ਤੋਂ ਬਾਹਰ ਹੋ ਗਏ। ਮੈਂ ਚੁੱਪ ਗੜੁੱਪ ਮੰਜੀ 'ਤੇ ਪੈ ਗਿਆ। ਦਿਮਾਗ 'ਚ ਜਜ਼ਬਾਤਾਂ ਦਾ ਹੜ੍ਹ ਆ ਗਿਆ, ਸੋਚਾਂ ਵਿਚਾਰਾਂ ਦਾ ਇੱਕ ਭੁਚਾਲ। ਸੋਚਿਆ ਕੁਦਰਤ ਕਿੰਨੀ ਅਜੀਬ ਸ਼ੈ ਵੇ। ਇਹਨਾਂ ਬਲੈਕਰਾਂ ਨੂੰ ਲੋਕ ਉਜੱਡ ਸਮਝਦੇ ਨੇ। ਸਮਾਜ ਵਿੱਚ ਨਾ ਕੋਈ ਰੁਤਬਾ, ਨਾ ਮਾਣ ਤਾਣ, ਇੱਕ ਤਰ੍ਹਾਂ ਨਜ਼ਰਬੰਦ, ਸਮਾਜਿਕ ਬਾਈਕਾਟ, ਜਿਉਂਦੇ ਮਰੇ ਇੱਕ ਬਰਾਬਰ। ਸਰਕਾਰ ਤਾਂ ਕੇਵਲ ਬਸਤਾ ਬੇ ਵਿੱਚ ਕਰਦੀ ਹੈ, ਸਾਡੇ ਲੋਕ ਤਾਂ ਸਮਾਜ ਤੋਂ ਹੀ ਪਾਸੇ ਕਰ ਦਿੰਦੇ ਨੇ। ਅਜਿਹੀ ਸਥਿਤੀ ਵਿੱਚੋਂ ਹੀ ਡਾਕੂ ਬਦਮਾਸ਼ ਜਨਮਦੇ ਨੇ। ਅਪਰਾਧਾਂ ਤੇ ਕਤਲਾਂ ਦਾ ਮੁੱਢ ਵੱਜਦਾ ਹੈ। ਤਸਵੀਰ ਦਾ ਦੂਜਾ ਪਾਸਾ ਵੀ ਹੁੰਦਾ ਹੈ। ਇਹਨਾਂ ਨਾਲ ਵਾਹ ਪਿਆ ਪਤਾ ਲੱਗਦਾ ਹੈ ਜਾਂ ਰਾਹ ਪਿਆ। ਇੱਕ ਹੀ ਦੇਸ਼ ਦੇ 2 ਬਲੈਕਰਾਂ ਦੀ ਬਣ ਆਵੇ ਜਾਂ ਨਾ, ਦੂਜੇ ਦੇਸ਼ਾਂ ਦੇ ਬਲੈਕਰਾਂ ਨਾਲ ਫੱਟ ਘੁਲ ਮਿਲ ਜਾਂਦੇ ਨੇ। ਆਰ ਪਾਰ ਵਰ੍ਹਿਆਂ ਬੱਧੀ ਇੱਕ ਦੂਜੇ ਦੇ ਘਰਾਂ 'ਚ ਆਉਣ ਜਾਣ ਕਾਰਨ ਗੂੜ੍ਹੀ ਪਰਿਵਾਰਕ ਸਾਂਝ ਪੈਦਾ ਹੋ ਜਾਂਦੀ ਹੈ। ਸਾਰੇ ਬਲੈਕਰ ਯਾਰੀ ਨਹੀਂ ਪਾਲਦੇ। ਕਰੀਬ 90% ਦਾ ਪ੍ਰਮੁੱਖ ਨਿਸ਼ਾਨਾ ਪੈਸਾ ਇਕੱਠਾ ਕਰਨਾ ਹੁੰਦਾ ਹੈ। ਇਸ ਲਈ ਸਭ ਹੀਲੇ ਫੱਕਦੇ ਨੇ, ਹਰ ਜਾਇਜ਼ ਨਾਜਾਇਜ਼ ਕਰਦੇ ਨੇ। ਰਿਸ਼ਤਿਆਂ ਦਾ ਨਿੱਘ ਮੰਨਣੋਂ ਅਸਮਰਥ, ਯਾਰ ਮਾਰ ਕਰਦੇ, ਸੁੱਤਿਆਂ ਨੂੰ ਫੜਾ ਦਿੰਦੇ, ਜਾਨੋਂ ਮਾਰ ਕੇ ਦਰਿਆ 'ਚ ਸੁੱਟ ਛੱਡਦੇ, ਲੱਖਾਂ ਦਾ ਮਾਲ ਖਪਾ ਲੈਂਦੇ। ਤੇ ਬਾਕੀ ਬਚਦੇ ਬਲੈਕਰਾਂ 'ਚ ਇਨਸਾਨਾਂ ਵਾਲਾ ਦਿਲ ਗੁਰਦਾ ਜ਼ਰੂਰ ਹੁੰਦਾ। ਉਹ ਜਾਨ ਤੇ ਖੇਡ ਕੇ ਵੀ ਯਾਰੀ ਪਾਲਦੇ ਨੇ। ਪੂਰਾ ਤੇ ਮਿੰਦੀ ਇਸੇ ਸ਼੍ਰੇਣੀ ਦੇ ਪਾਤਰ ਨੇ। ਦੋਵਾਂ ਨੇ ਬੜਾ ਪੈਸਾ ਕਮਾਇਆ, ਵੱਡੇ ਵੱਡੇ ਸੇਠਾਂ ਨਾਲ ਕਰੋੜਾਂ ਲੱਖਾਂ ਦੀਆਂ ਅੱਟਾਂ ਕੀਤੀਆਂ। ਪੈਸਾ ਭਾਵੇਂ ਹਿੱਸੇ ਦਾ ਆਉਂਦਾ, ਪਰ ਖਤਰਾ ਨਾ ਰਹਿੰਦਾ ਕੋਈ ਵੀ। ਮਿੰਦੀ ਦੀਆਂ ਸ਼ਾਹੀ ਆਦਤਾਂ ਨੇ ਉਹਨੂੰ ਬਰਬਾਦ ਕਰ ਦਿੱਤਾ। ਪੂਰੇ ਨੇ ਬੜਾ ਰੋਕਿਆ, ਹਟਕਿਆ, ਵਰਜਿਆ, ਯਾਰੀ ਦੇ ਵਾਸਤੇ ਪਾਏ, ਉਹਨੂੰ ਚੰਗਾ ਘਰ ਬਣਾਉਣ ਲਈ ਤਰਲੇ ਕੀਤੇ, ਬੱਚਿਆਂ ਦੇ ਭਵਿੱਖ ਲਈ ਝੰਜੋੜਿਆ। ਉਹ ਨਾ ਮੁੜਿਆ। ਪੂਰੇ ਨੇ ਉਹਦਾ ਹਿੱਸਾ ਉਹਦੀ ਪਤਨੀ ਨੂੰ ਦੇਣਾ ਸ਼ੁਰੂ ਕਰ ਦਿੱਤਾ। ਮਿੰਦੀ ਕੁੱਟਮਾਰ ਕਰਕੇ ਉਹ ਤੋਂ ਵੀ ਖੋਹ ਲੈਂਦਾ। ਹਾਰ ਕੇ ਪੂਰਾ ਦੜ ਵੱਟ ਗਿਆ। ਜਿਹਨੇ ਡੁੱਬਣ ਦਾ ਪੱਕਾ ਮਨ ਹੀ ਬਣਾ ਲਿਆ ਹੋਵੇ, ਕੌਣ ਰੋਕ ਸਕਦਾ ਉਹਨੂੰ। ਅੱਖੀਂ ਵੇਖ ਕੇ ਮੋਹਰਾ ਚੱਟਣ ਵਾਲੀ ਗੱਲ। ਮਿੰਦੀ ਚੱਲ ਨਾ ਸਕਿਆ, ਵਕਤ ਨਾਲ ਉਖੜ ਗਿਆ, ਅਮਲੀ ਬਣ ਗਿਆ, ਨਦੀ ਕਿਨਾਰੇ ਰੁਖੜਾ ਹੋ ਗਿਆ, ਧੰਦੇ ਤੋਂ ਹੌਲੀ ਹੌਲੀ ਤਿਲਕ ਗਿਆ, ਪੂਰਾ ਹੋਰ ਬਲੈਕਰਾਂ ਨਾਲ ਰਲ ਗਿਆ। ਪਰ ਕਦੇ ਇਹ ਨਾ ਹੋਇਆ ਕਿ ਇੱਧਰ ਆਇਆ ਪੂਰਾ ਮਿੰਦੀ ਨੂੰ ਨਾ ਮਿਲਿਆ ਹੋਵੇ, ਵੇਲੇ ਕੁ ਵੇਲੇ ਬਾਂਹ ਨਾ ਫੜੀ ਹੋਵੇ। ਮਿੰਦੀ ਦੀ ਮਾੜੀ ਆਰਥਿਕਤਾ ਨੂੰ ਮਹਿਸੂਸ ਕਰਦਾ, ਆਉਂਦੇ ਜਾਂਦੇ ਹੱਥ ਮਿੰਦੀ ਦੀ ਮਦਦ ਕਰਦਾ ਰਹਿੰਦਾ। ਗੋਰੇ ਰੰਗ ਤੇ ਤਿੱਖੇ ਨਕਸ਼ਾਂ ਵਾਲਾ ਮੁਹੰਮਦ ਗਫੂਰ ਬੜਾ ਕਾਂਟਾ ਬੰਦਾ ਹੈ। ਗਠੀਲਾ, ਚੁਸਤ ਸਰੀਰ, ਮਲਾਹਾਂ ਵਾਲੀ ਲਚਕ ਤੇ ਠਰਮਾ, ਹਮੇਸ਼ਾ ਪਾਏਦਾਰ ਗੱਲ ਕਰਦਾ। 40-45 ਦੇ ਨੇੜੇ ਤੇੜੇ, ਮੱਥੇ ਦੇ ਵੱਟ ਹੱਠੀ ਹੋਣ ਦੀ ਗਵਾਹੀ ਭਰਦੇ। ਅਣਵਾਏ ਉਲਝੇ ਖਿਚੜੀ ਵਾਲ, ਘੁੰਗਰਾਲੇ ਤੇ ਕੱਕੇ। ਆਪਣੇ ਭਰਾ ਨਾਲ ਆਰ ਪਾਰ ਜਾਂਦਾ ਉੱਡਣਾ ਬਣ ਗਿਆ। ਪਿੱਛੋਂ ਭਰਾ ਨੂੰ ਕਿਸੇ ਗੱਲੋਂ ਛੱਡ ਦਿੱਤਾ, ਮਿੰਦੀ ਨਾਲ ਰਲ ਗਿਆ। ਆਮ ਕਰਕੇ ਸਲਵਾਰ ਕਮੀਜ਼ ਪਹਿਨਦਾ, ਕਦੇ ਪੈਂਟ ਸ਼ਰਟ ਜਾਂ ਕੁੜਤਾ ਪਜਾਮਾ, ਕਦੇ ਚਾਦਰਾ ਕਮੀਜ਼ ਵੀ। ਮੈਂ ਰੋਜ਼ਾਨਾ ਤੜਕੇ ਜਾਗਦਾ, ਬਾਪੂ ਨਾਲ ਦਰਬਾਰ ਦੀ ਦੂਜੀ ਮੰਜ਼ਿਲ 'ਤੇ ਸੌਂਦਾ ਸਾਂ। ਉਹ ਤਾਂ 2-3 ਵਜੇ ਹੀ ਜਾਗ ਪੈਂਦਾ, ਇਸ਼ਨਾਨ ਕਰਦਾ, ਅਗਰਬੱਤੀ ਲਾਉਂਦਾ, ਥੜੇ 'ਤੇ ਦੀਵਾ ਜਗਾਉਂਦਾ, ਮੈਨੂੰ ਪਰ ਕਦੇ ਨਾ ਉਠਾਉਂਦਾ। ਖੜਕਾ ਸੁਣ ਕੇ ਮੈਂ ਆਪ ਹੀ ਜਾਗ ਪੈਂਦਾ। ਥੋੜ੍ਹੀ ਦੂਰ ਘਰਾਂ 'ਚ ਕੁੱਕੜ ਬਾਂਗਾਂ ਦੇਣ ਲੱਗਦੇ।
ਇੱਧਰ ਵਾਂਗ ਮੁੱਲਾ ਮਸੀਤਾਂ ਦੇ ਸਪੀਕਰਾਂ ਵਿੱਚ ਉੱਚੀ ਉੱਚੀ ਕੁਰਾਨ ਦੀਆਂ ਆਇਤਾਂ ਪੜ੍ਹਦੇ। ਰੁੱਖਾਂ ਤੇ ਪੰਛੀਆਂ ਦਾ ਮਿੱਠਾ ਤੇ ਸੁਰੀਲਾ ਸੰਗੀਤ ਸ਼ੁਰੂ ਹੋ ਜਾਂਦਾ। ਪੱਤਨ ਤੇ ਬੇੜੀ ਕੋਲ ਪੁੱਜਦਾ। ਰਾਵੀ ਵਹਿ ਰਿਹਾ ਹੁੰਦਾ, ਸ਼ਾਂਤ, ਸੁੱਤੋਂ ਨੀਂਦਾ ਤੇ ਹੰਗਲਾਉਂਦਾ ਜਿਹਾ। ਬਾਰਿਸ਼ ਕਰਕੇ ਕਈ ਵਾਰ ਪਾਣੀ ਮਟਮੈਲਾ ਹੁੰਦਾ, ਲਾਲ ਗੇਰੂਆ ਤੇ ਠੰਡਾ ਪਾਣੀ ਰੂਹ ਨੂੰ ਸਕੂਨ ਦਿੰਦਾ। ਵਾਪਸ ਆ ਕੇ ਦਰਬਾਰ ਵਾਲਾ ਕਮਰਾ ਸਾਫੇ ਨਾਲ ਸਾਫ਼ ਕਰਦਾ। ਮਹਾਨ ਇਨਕਲਾਬੀ ਬਾਬੇ ਦੀ ਯਾਦਗਾਰ ਉੱਤੇ ਇੱਕ ਚਿਰਾਗ ਆਪਣੇ ਨਾਂ ਦਾ ਬਾਲਦਾ। ਫਿਰ ਚੌਂਕੜੀ ਮਾਰ ਕੇ ਇੱਕ ਗੁੱਠੇ ਬੈਠ ਜਾਂਦਾ। ਕਦੇ ਜਪਜੀ ਦਾ ਪਾਠ ਵੀ ਕਰ ਲੈਂਦਾ। ਜਪਜੀ ਸਾਹਿਬ ਤੇ ਫਰੀਦ ਜੀ ਦੇ ਕਰੀਬ ਸਾਰੇ ਸ਼ਲੋਕ ਮੈਨੂੰ ਯਾਦ ਸੀ। ਕਦੇ ਆਪਣੇ ਮਕਸਦ ਬਾਰੇ ਵੱਖ-ਵੱਖ ਪੱਖਾਂ ਤੋਂ ਸੋਚਦਾ, ਵਿਚਾਰਦਾ, ਚੰਗੇ ਮਾੜੇ ਸਿੱਟਿਆਂ ਬਾਰੇ ਪੜਤਾਲਦਾ। ਮੈਂ ਤੇ ਬਾਪੂ ਜੀ ਦੁਪਹਿਰ ਵੇਲੇ ਘੰਟਿਆਂ ਬੱਧੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਫ਼ਰ ਬਾਰੇ ਚਰਚਾ ਕਰਦੇ। ਕਦੇ ਬਾਬਾ ਫਰੀਦ, ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਆਦਿ ਸੂਫੀ ਕਵੀਆਂ ਤੇ ਹੋਰ ਸੰਤਾਂ ਭਗਤਾਂ ਬਾਰੇ ਵਿਚਾਰਾਂ ਕਰਦੇ। ਮੈਂ ਹੈਰਾਨ ਹੁੰਦਾ ਜਦੋਂ ਬਾਪੂ ਆਦਿ ਗ੍ਰੰਥ 'ਚੋਂ ਬੜੇ ਹਵਾਲੇ ਦੇ ਕੇ ਗੱਲਾਂ ਕਰਦਾ। ਸਿੱਖ ਧਰਮ ਦੇ ਵਿਕਾਸ ਵੱਲ ਇਸ਼ਾਰਾ ਕਰਦਿਆਂ ਉਹਨਾਂ ਦੀ ਕਹੀ ਹੋਈ ਇਹ ਗੱਲ ਮੈਨੂੰ ਅੱਜ ਤੱਕ ਯਾਦ ਹੈ। ਤੁਹਾਡੇ 80% ਸਿੱਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਗੁਰੂ ਜੀ ਦਾ ਅੰਤਕਾਲ ਕਿੱਥੇ ਹੋਇਆ ਹੈ। ਮੇਰੀ ਸੋਚ ਦੇ ਉਲਟ ਪਾਕ ਦੇ ਪਿੰਡਾਂ ਦੇ ਲੋਕ ਦੂਰੋਂ ਦੂਰੋਂ ਦਰਬਾਰ ਨੂੰ ਸਿਜਦਾ ਕਰਨ ਆਉਂਦੇ, ਬੜੀ ਸ਼ਰਧਾ ਤੇ ਪਿਆਰ ਨਾਲ। ਅੰਦਰ ਸਿਰ ਕੱਜ ਕੇ ਜਾਂਦੇ, ਬੱਚੇ ਵੀ ਬੜੇ ਆਦਰ ਨਾਲ ਝੁਕਦੇ, ਨਿੱਕੇ ਨਿੱਕੇ ਹੱਥ ਜੋੜਦੇ। ਜੁੰਮੇ ਦੇ ਦਿਨ ਤਾਂ ਬਹੁਤ ਭੀੜ ਹੋ ਜਾਂਦੀ। ਕੋਈ ਬਾਪੂ ਤੋਂ ਆਪਣੇ ਬੱਚੇ ਦਾ ਹੱਥ ਹੌਲਾ ਕਰਾਉਂਦਾ, ਕੋਈ ਦਵਾਈ ਬੂਟੀ ਲੈਂਦਾ। ਉਹ ਰਾਵੀ ਦੇ ਨਿਰਮਲ ਪਾਣੀ 'ਚ ਇਸ਼ਨਾਨ ਕਰਦੇ, ਸੁਖਣਾ ਸੁਖਦੇ, ਦੀਵੇ ਬਾਲਦੇ। ਬਾਪੂ ਨਲਕੇ ਕੋਲ ਲੱਕੜ ਦੇ ਵੱਡੇ ਸਾਰੇ ਤਖਤਪੋਸ਼ 'ਤੇ ਬੈਠ ਕੇ ਲੋਕਾਂ ਨੂੰ ਫੁੱਲੀਆਂ ਤੇ ਪਤਾਸਿਆਂ ਦਾ ਪ੍ਰਸ਼ਾਦ ਦਿੰਦਾ। ਬਾਬਾ ਨਾਨਕ ਬੜਾ ਜ਼ਾਹਰਾ ਪੀਰ ਸੋ, ਸੱਚੇ ਦਿਲੋਂ ਮੰਗੀ ਹਰ ਮੁਰਾਦ ਮਿਲਦੀ ਏ, ਉਹ ਲੋਕ ਬੜੇ ਮਾਣ ਨਾਲ ਆਖਦੇ। ਦਫਨਾਉਣ ਵਾਸਤੇ ਗੁਰੂ ਜੀ ਦੀ ਅੱਧੀ ਚਾਦਰ ਦੂਜੇ ਗੁਰੂ ਜੀ ਨੇ ਸਾਨੂੰ ਹੀ ਤਾਂ ਦਿੱਤੀ ਸੀ। ਬਾਪੂ ਨੇ ਮੈਨੂੰ ਦੱਸਿਆ ਕਿ ਗੁਰਦੁਆਰੇ ਦੇ ਚੜ੍ਹਦੇ ਪਾਸੇ ਬੜਾ ਸੁੰਦਰ ਤੇ ਸ਼ਾਨਦਾਰ ਸਰੋਵਰ ਹੁੰਦਾ ਸੀ। ਉਹ ਦਰਿਆ ਨੇ ਰੋੜ ਖੜਿਆ। ਦੱਖਣੀ ਪਾਸੇ ਨਾਨਕਸ਼ਾਹੀ ਇੱਟਾਂ ਦੇ ਬਣੇ ਲੰਗਰ ਲਈ 2-3 ਕਮਰੇ ਬੜੀ ਖਸਤਾ ਹਾਲਤ ਵਿੱਚ ਸਨ। ਛੱਤਾਂ ਤੇ ਘਾਹ ਤੇ ਆਸੇ-ਪਾਸੇ ਉੱਗਾ ਦੱਬ ਸਰਕੜਾ। ਬੜਾ ਦੁੱਖ ਹੋਇਆ ਵੇਖ ਕੇ। ਗੁਰਦੁਆਰਾ ਜਿਵੇਂ ਦੁਸ਼ਮਣਾਂ ਤੋਂ ਬਚਣ ਲਈ ਕਿਲ੍ਹਾ ਹੋਵੇ। ਚੁਫੇਰੇ ਬੇਲੇ ਵਿੱਚ ਮੋਰਚੇ ਤੇ ਬੰਕਰ। ਬੜਾ ਭਿਆਨਕ ਤੇ ਗਹਿਰਾ ਅਹਿਸਾਸ ਹੁੰਦਾ। ਅੰਦਾਜ਼ਾ ਹੋ ਜਾਂਦਾ ਕਿ ਇਹਦੇ ਵਾਰਸਾਂ ਨੇ ਕਦੇ ਇਸ ਗੱਲ ਦਾ ਖਿਆਲ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਦੇ ਇਸ ਗੁਰਦੁਆਰੇ ਦੀ ਸਾਰ ਨਹੀਂ ਲਈ ਲੱਗਦੀ। ਹਰ ਸਾਲ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰੂ ਸਥਾਨਾਂ 'ਤੇ ਜੱਥੇ ਜਾਂਦੇ ਨੇ ਤੇ ਕਰਤਾਰਪੁਰ ਕਦੇ ਕੋਈ ਗਿਆ ਨਹੀਂ। ਸੁਣਿਆ ਸ਼ਾਇਦ ਬਾਰਡਰ 'ਤੇ ਹੋਣ ਕਰਕੇ। ਗੁਰੂ ਜੀ ਇੱਥੇ ਲਗਭਗ 17 ਸਾਲ ਦੇ ਕਰੀਬ ਰਹੇ। ਖੇਤੀ ਕੀਤੀ, ਸਾਂਝੇ ਲੰਗਰ ਦੀ ਮਹਾਨ ਪਰੰਪਰਾ ਚਲਾਈ। ਮੈਂ ਅਨੁਭਵ ਕੀਤਾ ਕਿ ਸਾਡੀ ਕੌਮ ਕਿੰਨੀ ਲਾਪਰਵਾਹ ਹੈ, ਆਪਣੇ ਮਹਾਨ ਗੁਰੂਆਂ ਦੀਆਂ ਯਾਦਾਂ ਵੀ ਨਹੀਂ ਸੰਭਾਲ ਸਕੀ। ਭਾਰਤ ਦਾ ਵੱਡਾ ਹਿੱਸਾ ਘੁੰਮਿਆ। ਪ੍ਰਾਹੁਣਚਾਰੀ ਤਾਂ ਮੈਂ ਇੱਧਰ ਵੀ ਕਈ ਸਟੇਟਾਂ 'ਚ ਬਥੇਰੀ ਵੇਖੀ ਹੈ, ਪਰ ਪੱਛਮੀ ਪੰਜਾਬ ਦੇ ਲੋਕ ਤਾਂ ਘਰ ਆਏ ਪ੍ਰਾਹੁਣੇ ਲਈ ਵਿਕਣ ਤੱਕ ਜਾਂਦੇ ਨੇ। ਕੁੱਲੀ 'ਚ ਭਾਵੇਂ ਕੱਖ ਨਾ ਰਹੇ, ਸੇਵਾ 'ਚ ਕਸਰ ਨਹੀਂ ਛੱਡਦੇ। ਬਥੇਰਾ ਆਖਦਾ ਕਿ ਮੈਂ ਬਹੁਤ ਘੱਟ ਖਾਂਦਾ, ਮੇਰੀ ਸੁਣਦਾ ਕੋਈ ਨਾ। ਰੋਜ਼ਾਨਾ ਮੁਰਗੇ ਬਣਦੇ, ਝਟਕਾ ਕੇ ਹਲਾਲ। ਕੋਈ ਪਤਾ ਨਹੀਂ, ਦੇਸੀ ਘਿਓ ਤੇ ਪੀਸੀ ਹੋਈ ਖੰਡ। ਮੈਨੂੰ ਆਪਣੀ ਨਾਨੀ ਚੇਤੇ ਆਉਂਦੀ ਜੋ ਗਏ ਨੂੰ ਸਦਾ ਮੱਖਣ ਤੇ ਪੀਸੀ ਖੰਡ ਨਾਲ ਰੋਟੀ ਦਿੰਦੀ ਸੀ। ਬਾਪੂ ਕੋਲ ਬੈਠ ਕੇ ਖੂੰਡੇ ਦੇ ਜ਼ੋਰ ਖਵਾਉਂਦਾ ਤੇ ਕਹਿੰਦਾ, ਮੇਰੇ ਯਾਰ ਕੀ ਕਹਿਣਗੇ ਵੀ ਮੁੰਡਾ ਲਿੱਸਾ ਕਰਕੇ ਭੇਜਿਆ। ਖਾ, ਲੇੜ ਕੇ ਖਾ ਸੂ। ਦੁੱਧ ਲਈ ਪਰ ਥਾਂ ਰੱਖ ਲਈ, ਦੁੱਧ ਲਈ ਥਾਂ ਰੱਖ ਲਈ। ਉਹ ਮੁਸਕਰਾ ਪੈਂਦੇ। ਸਾਡੇ ਨਾਲੋਂ ਇਹ ਲੋਕ ਸਿਹਤਮੰਦ ਹਨ। ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਖੁੱਲ੍ਹਾ ਮਾਲ ਡੰਗਰ ਰੱਖਿਆ ਹੋਇਆ ਹੈ। ਸਾਰਾ ਦਿਨ ਬੇਲੇ 'ਚ ਚਰ ਕੇ ਸ਼ਾਮੀ ਪਸ਼ੂ ਆਪਣੇ ਕਿੱਲਿਆਂ 'ਤੇ ਆ ਖੜ੍ਹਦੇ। ਝੋਟੀਆਂ ਅੱਖੋਂ ਪਰੋਖੇ ਹੀ ਨਵਾਂ ਦੁੱਧ ਹੋ ਜਾਂਦੀਆਂ। ਥਣ ਆਕੜਿਆਂ ਪਤਾ ਲੱਗਦਾ। ਕਈ ਮੱਝਾਂ ਗਾਵਾਂ ਬੇਲੇ 'ਚ ਹੀ ਸੂ ਪੈਂਦੀਆਂ। ਕਈਆਂ ਭੇਡਾਂ ਬੱਕਰੀਆਂ ਵੀ ਰੱਖੀਆਂ ਹੋਈਆਂ। ਦੁੱਧ ਹੀ ਕਿਤੇ ਵਿਰਲਾ ਟਾਵਾਂ ਹੀ ਵੇਖਿਆ। ਆਮ ਮੁਸਲਮਾਨ ਹੁੱਕਾ ਪੀਂਦੇ ਵੇਖੇ। ਸਿਗਰਟਾਂ ਬੜੀਆਂ ਵੀ, ਬੀੜੀਆਂ ਵੀ, ਤਮਾਕੂ ਜ਼ਰਦਾ ਵੀ ਫੱਕਦੇ। ਚਰਸ ਦੇ ਬੜੇ ਸ਼ੌਕੀਨ। ਰੰਗ ਸਾਡੇ ਵਾਂਗ ਗੋਰੇ ਤੇ ਨਿਖਰੇ ਹੋਏ। ਮਰਦ ਵੀ ਸਲਵਾਰ ਕਮੀਜ਼ ਪਾਉਂਦੇ। ਇਹ ਉਹਨਾਂ ਦਾ ਕੌਮੀ ਪਹਿਰਾਵਾ ਹੈ। ਬੁਰਕੇ ਦਾ ਪਿੰਡ ਵਿੱਚ ਰਿਵਾਜ਼ ਹੈ ਸੀ, ਪਰ ਬਹੁਤ ਘੱਟ। ਹੁਣ ਭਾਵ 2015 ਤੱਕ ਤਾਂ ਪਤਾ ਨਹੀਂ। 1981-82 'ਚ ਬਿਜਲੀ ਕੇਵਲ ਸ਼ਹਿਰਾਂ ਤੱਕ ਹੀ ਸੀਮਤ ਸੀ। ਕੱਚੀਆਂ ਡੰਡੀਆਂ ਤੇ ਟੁੱਟੇ ਹੋਏ ਖੱਡਿਆਂ ਭਰੇ ਬਸ ਰਸਤੇ। ਕਿਸਾਨਾਂ ਨੇ ਖੇਤੀ ਲਈ ਵੱਡੇ ਅਮਰੀਕਨ ਇੰਜਨ ਲਾਏ ਹੋਏ। ਸਾਡੇ ਕਿਸਾਨਾਂ ਤੋਂ ਕਿਤੇ ਭੈੜੀ ਹਾਲਤ। ਆਮ ਲੋਕ ਸਿਆਸਤ ਤੋਂ ਕੋਰੇ, ਬੇਖਬਰ, ਬੇਲਾਗ।
ਕਰਤਾਰਪੁਰ ਦੇ ਏਰੀਏ 'ਚ ਦਰਬਾਰ ਬੱਸ ਸਟੈਂਡ ਤੇ ਦਰਬਾਰ ਰੇਲਵੇ ਸਟੇਸ਼ਨ ਬਣੇ ਹੋਏ। ਸਧਾਰਨ ਤੇ ਚਲਾਵੇਂ ਜਿਹੇ ਸੁੰਨੇ ਤੇ ਵੀਰਾਨ, ਅਨਪੜ੍ਹਤਾ ਤੇ ਅਗਿਆਨਤਾ ਦਾ ਬੋਲਬਾਲਾ ਗੂੰਜਦਾ। ਸਰਹੱਦ ਤੇ ਦੇ 15 ਤੋਂ 20 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਪਿੰਡਾਂ 'ਚ ਕਦੇ ਕੋਈ ਅਖਬਾਰ ਰਸਾਲਾ ਨਹੀਂ ਵੇਖਿਆ। ਟਰਾਂਜਿਸਟਰ ਤੇ ਟੇਪਾਂ ਹੈ ਸਨ। ਕਿਸੇ ਵਿਰਲੇ ਘਰ ਦੀ ਛੱਤ ਤੋਂ ਟੀਵੀ ਦਾ ਏਰੀਅਲ ਵੀ ਦਿਸ ਪੈਂਦਾ। ਜਾਤ ਪਾਤ ਦਾ ਵਿਤਕਰਾ ਵੱਡੀ ਪੱਧਰ ਤੇ ਵੇਖਿਆ। ਜਨਾਨੀ ਜਾਤ ਦਾ ਸਮਾਜਿਕ ਰੁਤਬਾ ਬੜਾ ਖੌਫਨਾਕ ਏ। ਸ਼ਾਇਦ 30-35 ਸਾਲਾਂ 'ਚ ਹਾਲਾਤ ਬਦਲ ਗਏ ਹੋਣ। 8ਵੇਂ ਦਹਾਕੇ 'ਚ ਤਾਂ ਖਾਸ ਕਰਕੇ ਪੇਂਡੂ ਖੇਤਰਾਂ 'ਚ ਔਰਤਾਂ ਦਾ ਬੁਰੀ ਤਰ੍ਹਾਂ ਸ਼ੋਸ਼ਣ ਹੁੰਦਾ ਸੁਣਿਆ ਤੇ ਵੇਖਿਆ। ਤਲਾਕ ਲੈਣਾ ਦੇਣਾ ਤਾਂ ਆਮ ਜਿਹੀ ਗੱਲ ਸਮਝੀ ਜਾਂਦੀ। ਜਿਸ ਧਰਮ 'ਚ 4 ਵਿਆਹ ਕਰਵਾ ਲੈਣਾ ਮਰਦਾਂ ਦਾ ਜੱਦੀ ਹੱਕ ਹੋਵੇ, ਉੱਥੇ ਜਨਾਨੀ ਦੀ ਭੈੜੀ ਤੇ ਤਰਸਯੋਗ ਮਾਨਸਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ। 5ਵੇਂ ਦਿਨ ਸਵੇਰੇ ਮੈਂ ਗਫੂਰ ਨੂੰ ਆਪਣੇ ਮਕਸਦ ਪ੍ਰਤੀ ਸੁਚੇਤ ਕੀਤਾ। ਇਸ ਤਰ੍ਹਾਂ ਆਰਾਮ ਨਾਲ ਬੈਠੇ ਰਹਿਣਾ ਚੰਗਾ ਨਾ ਲੱਗਾ। ਕੈਦੀ ਮਹਿਸੂਸ ਕਰਨ ਲੱਗਾ। ਸੋਚਿਆ ਮੈਂ ਸਮਾਂ ਬਰਬਾਦ ਨਹੀਂ ਕਰਨ ਆਇਆ। ਪੈਰਾਂ ਹੇਠ ਮੱਚਦੇ ਅੰਗਿਆਰੇ ਲਤਾੜ ਕੇ ਗੋਲੀਆਂ ਦੀ ਛਾਂ 'ਚ ਐਵੇਂ ਨਹੀਂ ਕ੍ਰਾਸ ਹੋਇਆ ਜਾਂਦਾ। ਪਰ ਕੀ ਸ਼ੌਕ ਤੇ ਪਿਆਰ ਦਾ ਕਦੇ ਕੋਈ ਮੁੱਲ ਹੋਇਆ? ਜੇ ਹੁੰਦਾ ਘੱਟੋ ਘੱਟ ਮੈਂ ਕਦੇ ਕ੍ਰਾਸ ਨਾ ਕਰਦਾ। ਬੜਾ ਸੋਚ ਕੇ ਪੂਰਾ ਬੋਲਿਆ, ਨਿਰਮਲ, ਤੇਰੀਆਂ ਲੋੜਾਂ ਕਿਸੇ ਦੁਕਾਨ ਤੋਂ ਤਾਂ ਪੂਰੀਆਂ ਹੋਣੀਆਂ ਨਹੀਂ। ਕਈ ਤਰ੍ਹਾਂ ਦੇ ਬੰਦਿਆਂ ਨੂੰ ਮਿਲਣਾ ਪੈਣਾ। ਆਰਾਮ ਨਾਲ ਰਹੀ ਚੱਲ। ਸੁਬੱਬ ਨਾਲ ਆਇਆ, ਤੇਰਾ ਕੰਮ ਕਰਾ ਕੇ ਹੀ ਭੇਜਾਂਗੇ। ਮੈਂ ਲਾਜਵਾਬ ਜਿਹਾ ਚੁੱਪ ਹੋ ਗਿਆ। ਸੋਚਿਆ ਜੇ ਆਏ ਨੂੰ ਸੰਭਾਲ ਸਕਦੇ ਨੇ ਤਾਂ ਅੱਗੋਂ ਵੀ ਸਾਥ ਦੇਣਗੇ। ਮੈਨੂੰ ਉਡੀਕ ਕਰਨੀ ਚਾਹੀਦੀ ਹੈ। ਸਲੀਮ 2 ਦਿਨਾਂ ਦਾ ਮਿਲਟਰੀ ਦੇ ਕਿਸੇ ਵੱਡੇ ਅਫਸਰ ਨੂੰ ਵਿਸਕੀ ਦੇਣ ਗਿਆ, ਅਜੇ ਤੱਕ ਨਹੀਂ ਪਰਤਿਆ। ਗਫੂਰ ਬੜਾ ਫਿਕਰਮੰਦ ਹੋਇਆ। ਕਹਿਣ ਲੱਗਾ, ਘਰ 'ਚ ਇੱਕ ਜਣੇ ਦਾ ਰਹਿਣਾ ਜ਼ਰੂਰੀ ਸੂ। ਭਾਊ ਨਜ਼ੀਰ ਤਾਂ ਧੰਦੇ ਨਾਲ ਲਾਕਾ ਦੇਕਾ ਨਹੀਂ ਰੱਖਦਾ। ਕਿਸੇ ਵੇਲੇ ਵੀ ਪਾਰੋਂ ਕੋਈ ਆ ਸਕਦਾ ਹੈ। ਆਉਂਦੇ ਨੂੰ ਸੰਭਾਲੀਏ ਨਾ, ਮਿਲੀਏ ਨਾ, ਬੜੀ ਮਾੜੀ ਗੱਲ। ਉਹ ਧੰਦੇ ਬਾਰੇ ਫਿਕਰਮੰਦ ਹੁੰਦਾ। 6ਵੇਂ ਦਿਨ ਤੜਕੇ ਸਲੀਮ ਮੋਟਰਸਾਈਕਲ 'ਤੇ ਆ ਗਿਆ। ਮੈਂ ਤੇ ਗਫੂਰ ਸ਼ਹਿਰ ਲਈ ਤਿਆਰ ਹੋਣ ਲੱਗੇ। ਉਹਨੇ ਮੇਰੀ ਪੋਟਾ ਦਾੜ੍ਹੀ ਸੇਫਟੀ ਨਾਲ ਸਾਫ਼ ਕਰਤੀ। ਮੁੱਛਾਂ ਦੀਆਂ ਲਬਾਂ ਕੱਟ ਦਿੱਤੀਆਂ। ਸਿਰ ਪਹਿਲਾਂ ਹੀ ਮੁੰਨਿਆ ਸੀ। ਮੈਂ ਨਹਾਤਾ। ਗਫੂਰ ਦੀ ਘਰਵਾਲੀ ਨੇ ਮੈਨੂੰ ਇੱਕ ਸਬਜ਼ ਰੰਗਾ ਨਵਾਂ ਸੂਟ ਪਾਉਣ ਲਈ ਦਿੱਤਾ। ਸਲਵਾਰ ਕਮੀਜ਼। ਸੂਟ ਮੇਰੇ ਐਨ ਫਿੱਟ ਆ ਗਿਆ। ਪੈਰੀਂ ਬਾਟਾ ਦੇ ਬੂਟ ਤੇ ਮੋਢੇ 'ਤੇ ਕੋਰਾ ਲਕੀਰਾਂ ਵਾਲਾ ਸਾਫਾ। ਗਫੂਰ ਮੇਰੇ ਵੱਲ ਧਿਆਨ ਨਾਲ ਵੇਖ ਕੇ ਹੱਸਿਆ ਤੇ ਕਹਿਣ ਲੱਗਾ, ਤੈਨੂੰ ਤਾਂ ਹੁਣ ਅੱਲਾ ਵੀ ਨਾ ਪਛਾਣੇ। ਕੁਰਾਨ ਦੀ ਕਸਮ ਝੂਠ ਨਹੀਂ ਬੋਲਦਾ। ਮੈਂ ਸ਼ੀਸ਼ਾ ਵੇਖਿਆ। ਗੱਲ 16 ਆਨੇ ਸੱਚ ਜਾਪੀ। ਰਾਤੀ ਹਲਕੀਆਂ ਜਿਹੀਆਂ ਕਣੀਆਂ ਪੈਣ ਕਰਕੇ ਸਵੇਰ ਠੰਡੀ ਤੇ ਸਿੱਲੀ ਹੋ ਗਈ। ਧੁੱਪ ਨਿਖਰੀ ਤੇ ਬੱਗੀ ਪੀਲੀ। ਹੌਲੀ ਹੌਲੀ ਤੁਰਦੇ ਦੋਦਾ ਪਿੰਡ ਵੱਲ ਚੱਲ ਪਏ। ਦੋਦੇ ਪਿੰਡ ਦਾ ਪਿਛੋਕੜ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ। ਦੱਸਦੇ ਨੇ ਕਿਸੇ ਦੋਦੇ ਨਾਂ ਦੇ ਚੌਧਰੀ ਨੇ ਵਸਾਇਆ ਸੀ ਇਹ ਪਿੰਡ, ਸ਼ੱਕਰਗੜ੍ਹ ਤੋਂ ਨਾਰੋਵਾਲ ਨੂੰ ਜਾਂਦੀ ਸੜਕ ਕੰਢੇ। ਇਹਦੇ ਨਾਲ ਹੀ ਜੱਸੜ ਤੇ ਚੱਕ ਅਮਰੂ ਰੇਲਵੇ ਲਾਈਨ 'ਤੇ ਦਰਬਾਰ ਸਾਹਿਬ ਸਟੇਸ਼ਨ ਬਣਿਆ ਵਾ। ਇਸੇ ਨਾਂ ਦਾ ਹੀ ਬੱਸ ਸਟੈਂਡ। 2-2.5 ਕਿਲੋਮੀਟਰ ਦੂਰ ਵਗਦਾ ਰਾਵੀ ਦਰਿਆ ਇਹਦੇ ਦੱਖਣੀ ਪਾਸੇ। ਇਸੇ ਲਾਈਨ 'ਤੇ ਆਉਂਦੇ ਬਸਤਾਨ, ਜੱਸੜ, ਨੂਰਕੋਟ, ਚੱਕ ਅਮਰੂ ਆਦਿ ਦੇ ਸਟੇਸ਼ਨ। ਬੜਾ ਸੁੰਦਰ ਤੇ ਰਮਣੀਕ ਏਰੀਆ। ਚੁਫੇਰੇ ਹਰਿਆਵਲ ਦੀ ਛੱਬ ਤੇ ਮਹਿਕ, ਤਿੱਖੀ ਮਿੱਠੀ ਤੇ ਰੂਹ ਖੇਡਦੀ। ਗਫੂਰ ਨੇ ਮੈਨੂੰ ਨਕਲੀ ਪਿੰਡ, ਨਾਮ, ਪਿਤਾ ਦਾ ਨਾਂ ਆਦਿ ਚੰਗੀ ਤਰ੍ਹਾਂ ਸਮਝਾ ਦਿੱਤੇ। ਉਹਦਾ ਕੋਈ ਵਾਕਫ ਮਿਲ ਪੈਣ ਦੀ ਹਾਲਤ ਵਿੱਚ ਚੁੱਪ ਹੀ ਰਹਿਣਾ ਸੀ। ਖਤਰਾ ਉਂਝ ਕੋਈ ਨਾ। ਸਾਰਾ ਬੱਸ ਸਟੈਂਡ ਰੰਗ ਬਿਰੰਗੇ ਕੱਪੜੇ ਪਾਈ ਵੱਖ-ਵੱਖ ਉਮਰਾਂ ਦੇ ਲੋਕਾਂ ਨਾਲ ਭਰਿਆ ਹੋਇਆ। ਸਟੈਂਡ ਦੀ ਹਾਲਤ ਬਹੁਤ ਭੈੜੀ। ਸਾਡੇ ਕਸਬੇ ਰਮਦਾਸ ਵਰਗੀ। ਟੋਏ ਟਿੱਬੇ ਖਿਲ ਰਿਹਾ, ਕੂੜਾ ਕਰਕਟ, ਥਾਂ-ਥਾਂ ਪਾਣੀ ਦੇ ਡੂੰਘੇ ਟੋਏ, ਕੋਈ ਬਾਥਰੂਮ ਨਾ ਕੋਠਾ ਮਠਲਾ। ਮੈਨੂੰ ਸ਼ੱਕ ਪਵੇ ਜਿਵੇਂ ਲੋਕ ਮੈਨੂੰ ਚੋਰੀ-ਚੋਰੀ ਤੱਕ ਰਹੇ ਹੋਣ। ਟੇਢੀ ਨਜ਼ਰੇ ਵੇਖਦਾ ਤੇ ਭਰਮ ਟੁੱਟ ਜਾਂਦਾ। ਮੈਂ ਬਿਲਕੁਲ ਉਹਨਾਂ ਵਰਗਾ ਹੀ ਤਾਂ ਸਾਂ। ਰੰਗ ਰੂਪ, ਨਕਸ਼ ਨੈਣ, ਪਹਿਰਾਵਾ, ਬੋਲਚਾਲ। ਨੌਜਵਾਨ ਪਾੜੂ ਮੁੰਡੇ ਟੋਲਿਆਂ 'ਚ ਖੜ੍ਹੇ ਨਾਰੋਵਾਲ, ਸਿਆਲਕੋਟ ਆਦਿ ਦੇ ਸਕੂਲਾਂ ਕਾਲਜਾਂ 'ਚ ਜਾਣ ਲਈ। ਹੱਥਾਂ 'ਚ ਕਿਤਾਬਾਂ ਕਾਪੀਆਂ, ਚਿਹਰੇ ਭਖਦੇ, ਅੱਖਾਂ ਦਗਦੀਆਂ। ਬਹੁਤਿਆਂ ਸਲਵਾਰ ਕਮੀਜ਼, ਕਈਆਂ ਕੁੜਤੇ ਪਜਾਮੇ ਜਾਂ ਪੈਂਟਾਂ ਸ਼ਰਟਾਂ ਪਹਿਨੀਆਂ। ਕੁੜੀ ਕੋਈ ਵਿਰਲੀ ਦਿਸਦੀ। ਪੇਂਡੂ ਔਰਤਾਂ ਮਰਦਾਂ ਦਾ ਪਹਿਰਾਵਾ ਬੜਾ ਸਾਦਾ। ਇੰਝ ਮਹਿਸੂਸ ਹੋਵੇ ਜਿਵੇਂ ਖੜ੍ਹਾ ਹੋਵਾਂ ਗੁਰਦਾਸਪੁਰ ਬੱਸ ਸਟੈਂਡ 'ਤੇ। ਮੈਂ ਬੜਾ ਖੁਸ਼। ਕਈ ਦਿਨ ਇੱਕੋ ਥਾਂ ਟਿਕੇ ਰਹਿਣ ਕਾਰਨ ਹੁੱਸ ਗਿਆ ਹੋਇਆ। ਆਲਸੀ ਤੇ ਸੁਸਤ ਜਿਹਾ। ਮੌਤ ਨਾਲ ਗਲਵੱਕੜੀ ਪਾਉਣ ਦਾ ਮੇਰਾ ਇੱਕੋ ਮਕਸਦ ਹੁੰਦਾ ਹੈ। ਆਪਣੇ ਨਾਲੋਂ ਚਿਰਾਂ ਦੇ ਅਲੱਗ ਹੋਏ ਆਪਣੇ ਵਜੂਦ ਦੇ ਇੱਕ ਅਹਿਮ ਅੰਗ ਨੂੰ ਬਰੀਕੀ ਨਾਲ ਵੇਖਣਾ, ਜਾਚਣਾ, ਪਰਖ ਪੜਚੋਲ ਕਰਨੀ, ਪੈਸਾ ਇਕੱਠਾ ਕਰਨਾ ਮੇਰੀ ਜ਼ਿੰਦਗੀ ਦਾ ਕਦੇ ਮਕਸਦ ਨਹੀਂ ਰਿਹਾ, ਨਾ ਕਦੇ ਹੋਏਗਾ।
ਅੱਜ ਮੇਰੀ ਦਹਾਕਿਆਂ ਦੀ ਰੀਝ ਪੂਰੀ ਹੁੰਦੀ ਲੱਗੀ, ਕਿਸੇ ਅਣਮੋਲ ਖਜ਼ਾਨੇ ਦੇ ਹੱਥ ਲੱਗ ਜਾਣ ਵਾਂਗ। ਆਪੇ ਨੂੰ ਹਵਾ 'ਚ ਤੈਰਦਾ ਮਹਿਸੂਸ ਕੀਤਾ। ਸਿਗਰਟ ਦਾ ਲੰਮਾ ਕਸ਼ ਖਿੱਚਿਆ, ਸੰਘਣੇ ਚਿੱਟੇ ਧੂੰਏਂ ਦੀਆਂ ਵਲਦਾਰ ਧਾਰੀਆਂ ਹਵਾ 'ਚ ਲਹਿਰਾਈਆਂ। ਮੇਰੇ ਦਿਮਾਗ 'ਚ ਜਿਵੇਂ ਉਸਲ-ਵੱਟੇ ਲੈਂਦੇ ਤੇ ਮਰੋੜਾ ਖਾਂਦੇ ਵਲਵਲੇ। ਅਸੀਂ ਸਿਆਲਕੋਟ ਦੀ ਬੱਸੇ ਬੈਠ ਗਏ। ਸ਼ੀਸ਼ੇ ਕੋਲ ਬੈਠਾ ਮੈਂ ਬਾਹਰ ਵੇਖਣ ਲੱਗਾ। ਦਿਲ 'ਚ ਲੂਰੀਆਂ ਉੱਠਣ। ਖੇਤਾਂ 'ਚ ਸਿਰ ਹੋਏ ਕਮਾਦ, ਚਰੀਆਂ, ਬਾਜਰੇ ਤੇ ਮੱਕੀ, ਝੋਨਾ ਲਾਉਂਦੇ ਮਜ਼ਦੂਰ, ਵਿਰਲੇ ਟਾਵੇਂ ਚੱਲਦੇ ਅਮਰੀਕਨ ਟਰੈਕਟਰ ਤੇ ਇੰਜਨ, ਢਾਕੇ ਬਾਲ ਲਈ ਲਾਈ ਸਿਰਾਂ 'ਤੇ ਛਾਹ ਵੇਲਾ ਚੁੱਕੀ ਜਾਂਦੀਆਂ ਸੁਆਣੀਆਂ। ਕਿਤੇ ਕਿਤੇ ਕਾਲਜੀ ਸਕੂਲੀ ਜਾਂਦੇ ਮੁੰਡੇ ਕੁੜੀਆਂ, ਕਈ ਤੁਰਦੇ, ਕਈ ਸਾਈਕਲਾਂ 'ਤੇ। ਇੰਜ ਲੱਗਾ ਜਿਵੇਂ ਧਾਰੀਵਾਲ ਤੋਂ ਅੰਮ੍ਰਿਤਸਰ ਜਾ ਰਿਹਾ ਹੋਵਾਂ। ਬਰਸਾਤ ਹੋਣ ਕਾਰਨ ਚਾਰੇ ਪਾਸੇ ਹਰਿਆਲੀ ਤੇ ਫੁੱਲਾਂ ਦੀ ਸੁਗੰਧੀ। ਇੱਕ ਮਹਿਕ ਮੇਰੇ ਅੰਦਰ, ਦੋ ਮਹਿਕਾਂ ਦਾ ਸੰਯੋਗ, ਮੇਲ। ਬੱਸ ਨਾਰੋਵਾਲ ਰੁਕੀ। ਦਰਮਿਆਨਾ ਜਿਹਾ ਸੋਹਣਾ ਸ਼ਹਿਰ ਲੱਗਾ। ਪਾਰੋਂ ਆਏ ਲੋਕ ਤਾਂ ਕਸਬਾ ਹੀ ਦੱਸਦੇ ਆ। ਚੌੜੀਆਂ ਖੁੱਲ੍ਹੀਆਂ ਸੜਕਾਂ, ਮਾਡਰਨ ਕੋਠੀਆਂ ਤੇ ਪਾਰਕਾਂ। ਗਫੂਰ ਨੇ ਆਪਣੇ ਕਿਸੇ ਬੇਲੀ ਨੂੰ ਮਿਲਣਾ ਸੀ, ਪਰ ਉਹਨੇ ਇਰਾਦਾ ਛੱਡ ਦਿੱਤਾ। ਅਸੀਂ ਫਿਰ ਸਿਆਲਕੋਟ ਦੀ ਬੱਸੇ ਬੈਠ ਗਏ। ਅਸੀਂ ਵੱਡੇ ਬੱਸ ਸਟੈਂਡ ਤੋਂ ਉਰੇ ਉਤਰ ਗਏ। ਸਿਖਰ ਦੁਪਹਿਰ ਹੋ ਗਈ। ਥੋੜ੍ਹਾ ਕੁ ਮੇਨ ਰੋਡ ਤੋਂ ਤੁਰ ਕੇ ਅਸੀਂ ਚੜ੍ਹਦੇ ਪਾਸੇ ਨੂੰ ਜਾਂਦੀ ਇੱਕ ਖੁੱਲ੍ਹੀ ਗਲੀ 'ਚ ਤੁਰਨ ਲੱਗੇ। ਮੈਨੂੰ ਉਰਦੂ ਤੇ ਫਾਰਸੀ, ਅਰਬੀ 'ਚ ਲਿਖੇ ਬੋਰਡਾਂ ਤੋਂ ਸਿਵਾਏ ਕੋਈ ਵੱਡਾ ਫਰਕ ਨਾ ਲੱਗਾ। ਬੁਰਕੇ ਪਾਈ ਔਰਤਾਂ, ਪਾਨ ਤੇ ਸਿਗਰਟ ਨੋਸ਼ੀ ਮਰਦਾਂ ਦੀਆਂ ਟੋਪੀਆਂ, ਪਾਨ ਚਬਾ ਕੇ ਥਾਂ-ਥਾਂ ਥੁੱਕਿਆ ਆਦਿ ਕੁਝ ਵੱਖਰੇਵੇਂ ਸਪਸ਼ਟ ਲੱਗੇ। ਬਾਕੀ ਹੋਟਲ, ਫਰੂਟ, ਮਠਿਆਈ, ਕੱਪੜੇ ਆਦਿ ਦੀਆਂ ਦੁਕਾਨਾਂ ਸਭ ਇੱਧਰ ਵਾਂਗ ਹੀ। ਪੂਰਾ ਮੇਰੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰੀ ਜਾਏ, ਆਸੇ-ਪਾਸੇ ਬਾਰੇ ਮੋਟੀ ਜਿਹੀ ਵਾਕਫੀ ਦੇਈ ਜਾਏ। ਮੇਰਾ ਗਾਈਡ ਬਣਿਆ। ਇੱਕ ਮੋੜ 'ਤੇ ਖੜ੍ਹਾ ਕਰਕੇ ਮੈਨੂੰ ਕਹਿਣ ਲੱਗਾ, ਨਿੰਮੇ, ਜਿਸ ਘਰ ਅਸੀਂ ਚੱਲੇ ਆਏ ਮੇਰਾ ਅਹਿਮ ਅੱਡਾ ਹੈ। ਅੱਜ ਤੱਕ ਮੈਂ ਕਦੇ ਕਿਸੇ ਸਰਦਾਰ ਨੂੰ ਇੱਥੇ ਨਹੀਂ ਲਿਆਂਦਾ। ਤੁਹਾਡੇ ਬੰਦੇ ਪੀ ਕੇ ਸ਼ਰਾਬ ਕਰਦੇ ਆ ਬੜਾ ਖਰਾਬ। ਵੇਖਦੇ ਆ ਮੈਲੀ ਨਜ਼ਰੇ, ਹਰੇਕ ਧੀ ਭੈਣ ਨੂੰ ਗਾਲਾਂ ਕੱਢਦੇ ਆ। ਤੂੰ ਤਾਂ ਪੜ੍ਹਿਆ ਲਿਖਿਆ, ਇਸ ਲਈ ਲਿਆਇਆ। ਤੈਨੂੰ ਸਮਝਾਉਣ ਦੀ ਲੋੜ ਹੀ ਕੋਈ ਨਹੀਂ। ਜ਼ਰਾ ਇਤਿਆਦ ਨਾਲ ਰਹਿਣਾ। ਖਾਨ ਦੋਸਤ ਏ ਮੇਰਾ, ਭਰਾ ਬਣਿਆ ਹੋਇਆ। ਉਹਦੀ ਇੱਕੋ ਇੱਕ ਭੈਣ ਏ ਨਸੀਮ ਬੇਗਮ, ਮਤਲਬ ਸੀਮਾ। ਬੜੀ ਗੰਭੀਰ ਕੁੜੀ ਏ, ਥੋੜ੍ਹਾ ਖਿਆਲ ਨਾਲ ਚੱਲਣਾ ਪਊ। ਪਰਵਾਹ ਨਾ ਕਰ ਭਾਊ, ਕਿਸੇ ਕਿਸਮ ਦੀ ਉਲਾਮਾ ਨਹੀਂ ਦਵਾਉਂਦਾ ਕੋਈ। ਮੈਂ ਭਰੋਸੇ ਨਾਲ ਬਚਨ ਦਿੱਤਾ। ਅੱਧੀ ਕੁ ਫਰਲਾਂਗ ਜਾ ਕੇ ਗਫੂਰ ਇੱਕ ਕੋਠੀ ਦੇ ਵੱਡੇ ਫਾਟਕ ਕੋਲ ਰੁਕਿਆ। ਬੈਲ ਦਬਾਈ। ਛੇਤੀ ਇੱਕ ਬੰਦੂਕਧਾਰੀ ਅੱਧ-ਖੜ੍ਹ ਜਿਹੇ ਬੰਦੇ ਨੇ ਛੋਟਾ ਪੱਲਾ ਖੋਲ੍ਹਿਆ। ਪੂਰੇ ਨਾਲ ਸਾਹਬ ਸਲਾਮ ਵਟਾਈ ਉਹਦਾ ਜਾਣੂ ਲੱਗਾ। ਅਸੀਂ ਗੁਲਾਬ ਦੇ ਫੁੱਲਾਂ 'ਚੋਂ ਲੰਘਦੇ ਲੌਨ 'ਚ ਜਾ ਖੜ੍ਹੇ। ਸੱਜੇ ਪਾਸੇ ਹਰਾ ਜਪਾਨੀ ਘਾਹ ਤੇ ਖੱਬੇ ਪਾਸੇ ਫੁੱਲ ਹੀ ਫੁੱਲ, ਕੁਝ ਅੰਬਾਂ ਤੇ ਮਾਲਟੇ ਦੇ ਬੂਟੇ। ਐਨ ਇਸ ਸਮੇਂ ਫੜਾਕ ਕਰਦਾ ਦਰਵਾਜ਼ਾ ਖੁੱਲ੍ਹਾ। ਇੱਕ ਹਸੀਨ ਲੜਕੀ ਖੱਬੀ ਬਾਂਹ 'ਚ ਛਾਤੀ ਨਾਲ ਕਿਤਾਬਾਂ ਘੁੱਟੀ ਹੱਸਦੀ ਤੇ ਦੌੜਦੀ ਬਾਹਰ ਨਿਕਲੀ, ਜਿਵੇਂ ਕੋਈ ਕੁੱਟ ਤੋਂ ਡਰਦਾ ਭੱਜਾ ਹੋਵੇ। ਅੰਦਰੋਂ ਕਿਸੇ ਨਾਲ ਛੇੜਛਾੜ ਕਰਕੇ ਨਿਕਲੀ ਲੱਗੀ। ਸਾਡੇ 'ਤੇ ਨਜ਼ਰ ਪੈਂਦੇ ਹੈਰਾਨ ਹੋਈ, ਠਿਠਕ ਖਲੋ ਗਈ। ਫਿਰ ਇੱਕਦਮ ਮਿੱਠੀ ਆਵਾਜ਼ 'ਚ ਬੋਲੀ, ਭਾਈਜਾਨ ਜ਼ਰਾ ਬਾਹਰ ਨਿਕਲੋ, ਗਜ਼ਬ ਹੋ ਗਿਆ, ਕਿਆਮਤ ਆ ਗਈ। ਗਫੂਰ ਭਾਈਜਾਨ ਰਸਤਾ ਭੁੱਲ ਗਏ ਅੱਜ ਫੇਰ। ਉਹ ਸਾਡੇ ਵੱਲ ਮੁੜੀ ਤੇ ਹੱਥ ਜੋੜ ਕੇ ਅਦਾਬ ਅਰਜ਼ ਕੀਤੀ। ਮੁਸਕਰਾਈ ਵੀ ਗਈ ਮੱਠਾ-ਮੱਠਾ। ਬੇਪਨਾਹ ਸੁੰਦਰਤਾ ਵੇਖ ਕੇ ਮੈਂ ਦੰਗ ਰਹਿ ਗਿਆ। ਦਿਲ 'ਚ ਕੁਝ ਹੋਇਆ। ਖੁਸ਼ੀ ਭਰੀ ਬੇਚੈਨੀ ਭਾਰੂ ਹੋ ਗਈ। ਉਸ ਕੋਲੋਂ ਆਉਂਦੀ ਮਿੱਠੀ-ਮਿੱਠੀ ਖੁਸ਼ਬੂ ਨੈਣਾਂ ਰਾਹੀਂ ਮੇਰੇ ਸਮੁੱਚੇ ਸਰੀਰ 'ਚ ਘੁਲਣ ਲੱਗੀ। ਹਰਨੋਟਿਆਂ ਵਰਗੇ ਮਿਰਗ ਨੈਣ ਬਰਛੀ ਵਾਂਗ ਖੁੱਭ ਗਏ ਮੇਰੇ ਕਾਲਜੇ 'ਚ। ਅਸੀਂ ਉਹਦੇ ਪਿੱਛੇ ਹੀ ਡਰਾਇੰਗ ਰੂਮ 'ਚ ਜਾ ਬੈਠੇ। ਪੂਰੇ ਨੇ ਹੱਸਦਿਆਂ ਉਹਦੇ ਸਿਰ 'ਚ ਪਟੋਕੀ ਮਾਰੀ। ਇੱਕ 6 ਫੁੱਟਾ ਲੰਮਾ ਝੰਮਾ, ਗਹਿਰੇ ਤੇ ਮਜ਼ਬੂਤ ਸਰੀਰ ਵਾਲਾ ਗੱਭਰੂ ਦੂਜੇ ਕਮਰੇ 'ਚੋਂ ਨਿਕਲਿਆ। ਸੱਜੇ ਹੱਥ 'ਚ ਸਿਗਰਟ, ਖੱਬੇ 'ਚ ਅਖਬਾਰ, ਸੁਰਖ ਰੰਗ, ਲੰਮੀ ਧੌਣ 'ਚ ਮੋਟਾ ਤਵੀਤ ਸੋਨੇ ਦਾ, ਚੀਤੇ ਵਾਂਗ ਫੁਰਤੀਲਾ, ਮੋਟੀਆਂ ਭੂਰੀਆਂ ਅੱਖਾਂ, ਬੁੱਲ ਪਤਲੇ ਸੰਘਣੇ ਘੁੰਗਰਾਲੇ ਸਿਰ ਦੇ ਵਾਲ, ਨਿੱਕੇ-ਨਿੱਕੇ ਕੰਨ, ਤਿੱਖਾ ਨੱਕ, ਘੜਿਆ ਤਰਾਸ਼ਿਆ ਬੁੱਤੀ ਲੱਗਦਾ। ਮੈਂ ਵੇਖ ਕੇ ਸਮਝ ਗਿਆ ਉਹ ਸੀਮਾ ਦਾ ਭਰਾ ਹੈ। ਭੈਣ ਭਰਾ ਦੇ ਨਕਸ਼ ਕਾਫੀ ਰਲਦੇ ਮਿਲਦੇ। ਬੈਠਵੀਂ ਭਾਰੀ ਆਵਾਜ਼, ਚਿਹਰੇ 'ਤੇ ਅਜੀਬ ਜਲਾਲ ਪਰ ਮਾਸੂਮੀਅਤ ਭਾਰੂ। ਦੋਵਾਂ ਨੂੰ ਜੱਫੀ ਪਾ ਕੇ ਮਿਲਿਆ, ਹਾਲ ਹਵਾਲ ਪੁੱਛਿਆ। ਕੋਲ ਖੜੀ ਆਪਣੀ ਭੈਣ ਨੂੰ ਸੰਬੋਧਨ ਹੋਇਆ, ਸੀਮਾ ਪਲੀਜ਼ ਕਾਲਜ ਫੇਰ ਚਲੀ ਜਾਈਂ, 2-4 ਗਲਾਸ ਲੱਸੀ ਤਾਂ ਬਣਾ ਦੇ। ਮਾਲਾ ਤਾਂ ਹੈ ਨਹੀਂ ਇੱਥੇ, ਹੁਣੇ ਗਈ ਆ, ਮੈਨੂੰ ਦੱਸ ਕੇ। ਆਵਾਜ਼ 'ਚ ਤਰਲਾ ਤੇ ਮਜਬੂਰੀ ਸੀ। ਹਾਂ ਜ਼ਰੂਰ, ਮੈਂ ਹੁਣੇ ਲਿਆਈ। ਆਵਾਜ਼ ਆਈ ਜਿਵੇਂ ਸੰਗੀਤ ਵੱਜਾ ਹੋਵੇ ਤੇ ਕਿਤਾਬਾਂ ਉੱਥੇ ਰੱਖ ਕੇ ਸੀਮਾ ਤੇਜ਼ੀ ਨਾਲ ਰਸੋਈ ਵੱਲ ਚਲੀ ਗਈ। ਮੈਂ ਬੜੇ ਇਤਮਾਨਾਨ ਨਾਲ ਬੈਠ ਗਿਆ। ਕਮਰਾ ਬੜਾ ਸਜਿਆ ਸੰਵਰਿਆ, ਤਾਜ਼ਾ ਮਾਡਰਨ ਟਾਈਪ ਦੀ ਬਣੀ ਕੋਠੀ ਦਾ ਡਰਾਇੰਗ ਰੂਮ। ਕੰਧਾਂ 'ਤੇ ਕੀਮਤੀ ਸੀਨਰੀਆਂ, ਸੱਜੀ ਕੰਧ ਐਨ ਵਿਚਕਾਰ ਜਿਨ੍ਹਾਂ ਦੀ ਵੱਡੀ ਤਸਵੀਰ ਲੱਗੀ ਹੋਈ।
ਹੇਠਾਂ ਉਹਨਾਂ ਦੇ ਪਰਿਵਾਰ ਦੀਆਂ ਫੋਟੋਆਂ, ਇੱਕ ਨੁਕਰੇ ਰੰਗੀਨ ਟੀਵੀ, ਵੱਡੀ ਮੇਜ਼ ਦੁਆਲੇ 10-12 ਕੁਰਸੀਆਂ, ਇੱਕ ਪਾਸੇ ਮੇਜ਼ 'ਤੇ ਨੀਲਾ ਗਲੋਬ ਪਿਆ, ਕੋਲ ਤਾਜ਼ੇ ਫੁੱਲਾਂ ਦੇ ਗੁਲਦਸਤੇ, ਹਰ ਚੀਜ਼ ਬੜੇ ਕਰੀਨੇ ਨਾਲ ਸਜਾਈ ਫਬਾਈ ਹੋਈ। ਡਬਲ ਬੈੱਡ ਦੇ ਕੋਲ ਤਪਾਈ ਤੇ ਪਏ 2 ਫੋਨ ਮੈਨੂੰ ਬੜਾ ਸੋਹਣਾ ਤੇ ਚੰਗਾ ਲੱਗਾ। ਸਭ ਤੋਂ ਵੱਡੀ ਹੈਰਾਨੀ ਕਿਤਾਬਾਂ ਨਾਲ ਭਰੇ ਹੋਏ 2 ਸ਼ੈਲਫ, ਮੇਜ਼ 'ਤੇ ਅੰਗਰੇਜ਼ੀ, ਉਰਦੂ ਤੇ ਫਾਰਸੀ ਦੇ ਰੋਜ਼ਾਨਾ ਅਖਬਾਰ ਪਏ ਹੋਏ, ਕਈ ਤਰ੍ਹਾਂ ਦੇ ਸਾਹਿਤਕ ਰਸਾਲੇ ਵੀ। ਇੰਨੀਆਂ ਕਿਤਾਬਾਂ ਮੇਰੇ ਲਈ ਵੱਡਾ ਅਚੰਭਾ। ਸੋਚਿਆ ਖਾਨ ਪੜ੍ਹਦਾ ਹੋਊ, ਕੁਝ ਸੀਮਾ ਤੇ ਸਿਲੇਬਸ ਦੀਆਂ ਹੋਣਗੀਆਂ, ਕਿਸੇ ਵਾਕਫ ਕੁੜੀ ਜਾਂ ਮੁੰਡੇ ਦੇ ਘਰ ਵੀ, ਤੇ ਮੈਂ ਇੰਨੀਆਂ ਕਿਤਾਬਾਂ ਨਹੀਂ ਵੇਖੀਆਂ ਹੋਣੀਆਂ। ਉਹ ਦੋਵੇਂ ਯਾਰਾਂ ਬੇਲੀਆਂ ਦੇ ਧੰਦੇ ਦੀਆਂ ਗੱਲਾਂ ਕਰਨ ਲੱਗੇ। ਮੈਂ ਚੁੱਪਚਾਪ ਸੁਣਦਾ ਰਿਹਾ। ਛੇਤੀ ਸੀਮਾ ਬਿਜਲੀ ਮਧਾਣੀ ਨਾਲ ਲੱਸੀ ਬਣਾ ਲਿਆਈ। ਉੱਪਰ ਮੱਖਣ ਤਰਦਾ, ਸਾਰੇ ਲੱਸੀ ਪੀਣ ਲੱਗੇ। ਧੰਨਵਾਦ।